Question number 60. Temperature at which the second viral coefficient of a real gas is zero is called। ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਸਮਝਦੇ ਹਾਂ ਤੁਹਾਡੀ ਵਾਇਰਲ ਥਿਊਰਮ ਹੁੰਦੀ ਕੀ ਹੈ, ਤਾਂ ਇਸ ਨੂੰ ਆਪਾਂ ਪਹਿਲਾਂ ਲਿਖਦੇ ਹਾਂ। ਤਾਂ ਦੇਖੋ ਜੋ ਤੁਹਾਡੀ ਵਿਰਲ ਥਿਊਰਮ ਹੈ ਉਹ ਕੀ ਹੈ ਤੁਹਾਡੀ, that is equal to PV is equal to A plus B by V plus C by V square and so on, where A, B, C are the viral coefficient. A is the first viral coefficient, B is the second viral coefficient, C is the third viral coefficient and so on। तो देखो उन्होंने पूछा है कि second viral coefficient थोड़ा zero होवे, that means B ਦੀ value zero ਹੋਣੀ ਚਾਹੀਦੀ ਹੈ। ਤਾਂ ਦੇਖੋ ਇੱਥੇ ਦੱਸਣਾ ਹੈ ਕਿ ਉਹ ਜ਼ੀਰੋ ਕਦ ਹੋਏਗਾ ਤਾਂ ਉਸ ਟੈਂਪਰੇਚਰ ਨੂੰ ਆਪਾਂ ਕੀ ਬੋਲਦੇ ਹਾਂ, ਤਾਂ ਇਸ ਦਾ ਆਨਸਰ ਆਂਦਾ ਹੈ ਦੇਖੋ ਬੋਇਲਸ ਟੈਂਪਰੇਚਰ। ਦੇਖੋ ਆਪਾਂ ਪਹਿਲਾਂ ਮਤਲਬ ਸਮਝ ਲਈਏ ਕਿ ਜੋ ਤੁਹਾਡਾ ਬੋਇਲਸ ਟੈਂਪਰੇਚਰ ਹੁੰਦਾ ਹੈ ਉਹ ਇੱਕ ਇਸ ਤਰ੍ਹਾਂ ਦਾ ਟੈਂਪਰੇਚਰ ਹੁੰਦਾ ਹੈ ਜਿਹਦੇ ਉੱਪਰ ਜੋ ਤੁਹਾਡੀ ਰੀਅਲ ਗੈਸ ਹੈ that behaves like your ਆਈਡੀਅਲ ਗੈਸ, ਉਹ ਕਿਦਾਂ ਦੀ ਬਿਹੇਵ ਕਰਦੀ ਹੈ ਤੁਹਾਡੀ ਆਈਡੀਅਲ ਗੈਸ ਦੀ ਤਰ੍ਹਾਂ ਬਿਹੇਵ ਕਰਦੀ ਹੈ। that means that will satisfy your equation PV is equals to RT। ਤਾਂ ਹੁਣ ਦੇਖੋ ਇਸ ਇਕੁਏਸ਼ਨ ਨੂੰ ਅਗਰ ਆਪਾਂ PV is equals to RT ਦੇ ਵਿੱਚ ਕਨਵਰਟ ਕਰਨਾ ਹੈ ਤਾਂ ਉਹ ਕਿੱਦਾਂ ਬਣੇਗਾ, that means ਅਗਰ B 0 ਹੋ ਜੇ ਤਾਂ ਆਪਣੇ ਕੋਲ ਕੀ ਬਣ ਜਾਏਗਾ PV equal to A। that means for an equation to satisfy the ideal equation A ਦੀ ਵੈਲਿਊ ਕਾਹਦੇ ਇਕੁਅਲ ਹੋਏਗੀ ਤੁਹਾਡੇ RT ਦੇ ਇਕੁਅਲ ਹੋਏਗੀ ਹੈ। ਤਾਂ ਧਿਆਨ ਰੱਖਣਾ PV is equals to RT ਜੋ ਇਕੁਏਸ਼ਨ ਹੈ ਜਦੋਂ ਤੁਹਾਡਾ ਰੀਅਲ ਗੈਸ ਆਈਡੀਅਲ ਗੈਸ ਦੀ ਤਰ੍ਹਾਂ ਬਿਹੇਵ ਕਰਦਾ ਹੈ ਤਾਂ ਉਸ ਟੈਂਪਰੇਚਰ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਬੋਇਲਸ ਟੈਂਪਰੇਚਰ। ਐਂਡ ਉਸ ਟੈਂਪਰੇਚਰ ਦੇ ਉੱਪਰ ਜੋ ਤੁਹਾਡਾ ਸੈਕਿੰਡ ਥਰਡ ਐਂਡ ਫੋਰਥ ਜਿੰਨੇ ਵੀ ਵਾਇਰਲ ਕੋਫੀਸ਼ੀਐਂਟ ਹੁੰਦੇ ਨੇ ਉਹਨਾਂ ਦੀ ਵੈਲਿਊ ਕਿੰਨੀ ਹੁੰਦੀ ਹੈ ਤੁਹਾਡੀ ਜ਼ੀਰੋ ਹੁੰਦੀ ਹੈ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ, that is an important question। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ A option। Question number 61. Which of the following molecular species have unpaired electron? ਤਾਂ ਤੁਸੀਂ ਦੇਖ ਸਕਦੇ ਹੋ ਜੋ ਤੁਹਾਡੇ ਕੋਲ ਪਹਿਲਾ ਆਪਸ਼ਨ ਹੈ O2 ਨੈਗੇਟਿਵ। ਤਾਂ O2 ਨੈਗੇਟਿਵ ਚ ਕਿੰਨੇ ਇਲੈਕਟ੍ਰੋਨ ਹੋਣਗੇ, ਦੇਖੋ ਆਕਸੀਜਨ ਵਿੱਚ ਕਿੰਨੇ ਇਲੈਕਟ੍ਰੋਨ ਹੁੰਦੇ ਨੇ 8, ਤਾਂ 2 ਨੇ 8 ਦੂਣੀ 16, ਇੱਕ ਨੈਗੇਟਿਵ ਚਾਰਜ ਕਰਕੇ ਟੋਟਲ ਕਿੰਨੇ ਹੋ ਗਏ 17 ਇਲੈਕਟ੍ਰੋਨ। 17 ਕੀ ਹੈ ਤੁਹਾਡੇ ਔਡ ਨੰਬਰ ਆਫ ਇਲੈਕਟ੍ਰੋਨ ਨੇ, ਤਾਂ ਔਡ ਨੰਬਰ ਆਫ ਇਲੈਕਟ੍ਰੋਨ ਮਤਲਬ ਇਹਦੇ ਵਿੱਚ ਇੱਕ ਅਨਪੇਅਰਡ ਇਲੈਕਟ੍ਰੋਨ ਪ੍ਰੈਜ਼ੈਂਟ ਹੋਏਗਾ ਤੇ ਉਹੀ ਚੀਜ਼ ਆਪਾਂ ਦੱਸਣੀ ਸੀ। that means ਇੱਥੇ ਆਨਸਰ ਕੀ ਆਏਗਾ ਤੁਹਾਡਾ O2 ਨੈਗੇਟਿਵ, ਜਿਸ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡਾ ਸੁਪਰ ਆਕਸਾਈਡ ਆਇਨ, ਜਿਸ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡਾ ਸੁਪਰ ਆਕਸਾਈਡ ਆਇਨ। ਦੇਖੋ ਜੋ ਸੈਕਿੰਡ ਆਪਸ਼ਨ ਹੈ that is your peroxide। peroxide ਦੇ ਵਿੱਚ ਅਗਰ ਤੁਸੀਂ ਇਲੈਕਟ੍ਰੋਨ ਕਾਊਂਟ ਕਰੋਗੇ ਇੱਥੇ that are your 18 ਇਲੈਕਟ੍ਰੋਨ, 18 ਕੀ ਤੁਹਾਡਾ ਈਵਨ ਨੰਬਰ ਹੈ ਤਾਂ ਸਾਰੇ ਇਲੈਕਟ੍ਰੋਨ ਕੀ ਹੋਣਗੇ ਤੁਹਾਡੇ ਪੇਅਰਡ ਹੋਣਗੇ। ਅਗਰ ਤੁਸੀਂ C ਆਪਸ਼ਨ ਫਲੋਰੀਨ ਦੀ ਗੱਲ ਕਰਦੇ ਹੋ ਤਾਂ ਅਗੇਨ ਇੱਥੇ 18 ਇਲੈਕਟ੍ਰੋਨ ਬਣਦੇ ਨੇ, 18 ਇਲੈਕਟ੍ਰੋਨ ਈਵਨ ਨੰਬਰ ਹੈ ਤਾਂ ਈਵਨ ਹੋਣ ਕਰਕੇ ਕੀ ਹੋਊਗਾ ਇੱਥੇ ਪੇਅਰਿੰਗ ਦੇ ਵਿੱਚ ਪ੍ਰੈਜ਼ੈਂਟ ਹੋਣਗੇ। ਤਾਂ ਇੱਥੇ ਆਨਸਰ ਕੀ ਆਏਗਾ 61 ਦਾ A ਆਪਸ਼ਨ। Question number 62. Orthonitrophenol is more volatile than paranitrophenol। volatile ਦਾ ਮਤਲਬ ਕੀ ਹੁੰਦਾ ਹੈ, ਜਿਸ ਦਾ boiling point ਕੀ ਹੁੰਦਾ ਹੈ ਘੱਟ ਹੁੰਦਾ ਹੈ। ਹੁਣ ਦੇਖੋ boiling point ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ ਤੁਹਾਡੀਆਂ ਇੰਟਰੈਕਸ਼ਨ ਤੇ, ਜਿੰਨੀ ਜ਼ਿਆਦਾ ਸਟਰੋਂਗ ਤੁਹਾਡੀ ਇੰਟਰੈਕਸ਼ਨ ਹੋਏਗੀ boiling point ਉਨਾ ਹੀ ਜ਼ਿਆਦਾ ਸਟਰੋਂਗ ਹੋਏਗਾ। orthonitrophenol ਦੇ ਵਿੱਚ ਤੁਹਾਡੀ ਜੋ ਇੰਟਰੈਕਸ਼ਨ ਹੁੰਦੀਆਂ ਨੇ ਉਹ ਵੀਕ ਹੁੰਦੀਆਂ ਨੇ ਐਸ ਕੰਪੇਅਰ ਟੂ ਪੈਰਾਨਾਈਟ੍ਰੋਫਿਨੋਲ। ਕਿਉਂ, ਕਿਉਂਕਿ ਦੇਖੋ ਪੈਰਾਨਾਈਟ੍ਰੋਫਿਨੋਲ ਦੇ ਵਿੱਚ ਕੀ ਹੁੰਦਾ ਹੈ ਤੁਹਾਡਾ ਇੰਟਰਮੋਲੀਕੂਲਰ ਹਾਈਡਰੋਜਨ ਬੌਂਡਿੰਗ। ਔਨ ਦਾ ਅਦਰ ਹੈਂਡ ਤੁਹਾਡਾ orthonitrophenol ਹੈ, ਦੇਖੋ ਉਸਦਾ ਸਟਰਕਚਰ ਕਿਦਾਂ ਦਾ ਹੁੰਦਾ ਹੈ, ਇਸ ਤਰ੍ਹਾਂ ਦਾ ਸਟਰਕਚਰ ਹੈ। ਆਈ ਥਿੰਕ ਆਪਾਂ ਕੱਲ ਵੀ ਡਿਸਕਸ ਕੀਤਾ ਸੀ orthonitrophenol ਨੂੰ, ਤੇ ਇਹਦੇ ਵਿੱਚ ਕੀ ਹੁੰਦਾ ਹੈ ਤੁਹਾਡਾ ਇੰਟਰਾਮੋਲੀਕੂਲਰ ਹਾਈਡਰੋਜਨ ਬੌਂਡਿੰਗ ਹੁੰਦੀ ਹੈ। ਤਾਂ ਇੰਟਰਾਮੋਲੀਕੂਲਰ ਜੋ ਹਾਈਡਰੋਜਨ ਬੌਂਡਿੰਗ ਹੈ that is present within the same molecule। ਜਦ ਕਿ ਜੋ ਇੰਟਰਮੋਲੀਕੂਲਰ ਹਾਈਡਰੋਜਨ ਬੌਂਡਿੰਗ ਹੁੰਦੀ ਹੈ ਉਹਦੇ ਵਿੱਚ ਕਾਫੀ ਸਾਰੇ ਮੋਲੀਕਿਊਲ ਐਸੋਸੀਏਟ ਹੁੰਦੇ ਨੇ। ਐਸੋਸੀਏਸ਼ਨ ਦੇ ਨਾਲ ਕੀ ਹੁੰਦਾ ਹੈ ਇੰਟਰੈਕਸ਼ਨ ਸਟਰੋਂਗ ਹੁੰਦੀ ਹੈ, ਉਹਨਾਂ ਨੂੰ ਤੋੜਨਾ ਮੁਸ਼ਕਿਲ ਹੁੰਦਾ ਹੈ, ਜਿਸ ਕਰਕੇ ਪੈਰਾਨਾਈਟ੍ਰੋਫਿਨੋਲ ਦਾ ਥੋੜਾ ਜੋ ਬੋਇਲਿੰਗ ਪੁਆਇੰਟ ਹੁੰਦਾ ਹੈ ਉਹ ਜ਼ਿਆਦਾ ਹੁੰਦਾ ਹੈ। ਜਦ ਕਿ orthonitrophenol ਦੇ ਵਿੱਚ ਇੰਟਰਾਮੋਲੀਕੂਲਰ ਹਾਈਡਰੋਜਨ ਬੌਂਡਿੰਗ ਹੋਣ ਕਰਕੇ ਮੋਲੀਕਿਊਲ ਸਿੰਗਲ ਫਾਰਮ ਦੇ ਵਿੱਚ ਐਗਜ਼ਿਸਟ ਕਰਦੇ ਨੇ, ਇਸੇ ਕਰਕੇ ਇਹਨਾਂ ਦੇ ਵਿੱਚ ਜੋ ਇੰਟਰੈਕਸ਼ਨਸ ਹੁੰਦੀਆਂ ਨੇ that are weak and that are more volatile in nature। ਤਾਂ ਫਿਰ ਆਨਸਰ ਕੀ ਆਏਗਾ, that is due to the absence of intermolecular hydrogen bonding in orthoisomer। और अगर इथे ये ऑप्शन दिता presence of intramolecular hydrogen bonding then ਉਹ ਵੀ ਆਨਸਰ ਤੁਹਾਡਾ ਸਹੀ ਸੀ, ਬਟ ਉਹ ਇੱਥੇ ਆਪਸ਼ਨ ਮੈਂਸ਼ਨ ਨਹੀਂ ਕੀਤਾ। ਤਾਂ ਇੱਥੇ ਆਪਾਂ ਕੀ ਲਿਖਾਂਗੇ absence of intermolecular hydrogen bonding in orthoisomer। Question number 63. How many kinds of protons
ਆਰ देयर इन द प्रोटीन। देखो प्रोटीन ਨੂੰ ਆਪਾਂ ਡਰਾ ਕਰਦੇ ਹਾਂ ਤਾਂ ਦੇਖੋ ਜਦੋਂ ਤੁਸੀਂ ਪ੍ਰੋਟੀਨ ਨੂੰ ਡਰਾ ਕਰੋਗੇ ਤਾਂ ਡਬਲ ਬੌਂਡਡ ਕਾਰਬਨ ਦੇ ਨਾਲ ਦੇਖੋ ਜੋ ਦੋਨੋਂ ਹਾਈਡਰੋਜਨ ਨੇ that are diastereotopic। diastereotopic ਦਾ ਮਤਲਬ ਕੀ ਹੈ, ਦੋਨੋਂ ਇਹ ਡਿਫਰੈਂਟਲੀ ਬਿਹੇਵ ਕਰਨਗੇ, they will behave differently। ਤਾਂ ਦੋ ਸਿਗਨਲਸ ਇਹਨਾਂ ਕਰਕੇ ਮਿਲਣਗੇ, ਥਰਡ ਸਿਗਨਲ ਤੁਹਾਡਾ ਇਸ ਹਾਈਡਰੋਜਨ ਕਰਕੇ ਮਿਲੇਗਾ ਐਂਡ the fourth ਸਿਗਨਲ ਤੁਹਾਨੂੰ ਮਿਥਾਈਲ ਹਾਈਡਰੋਜਨ ਕਰਕੇ ਮਿਲੇਗਾ। ਟੋਟਲ ਨੰਬਰ ਆਫ ਹਾਈਡਰੋਜਨ ਸਿਗਨਲ ਕਿੰਨੇ ਮਿਲਣਗੇ ਤੁਹਾਨੂੰ ਪ੍ਰੋਟੋਨ NMR ਦੇ ਵਿੱਚ ਟੋਟਲ 4 ਸਿਗਨਲ ਮਿਲਣਗੇ। ਧਿਆਨ ਰੱਖਣਾ A ਤੇ B ਡਿਫਰੈਂਟ ਕਿਉਂ ਨੇ, ਬਿਕੋਜ਼ A ਤੇ B ਨੂੰ ਅਗਰ ਆਪਾਂ ਰਿਪਲੇਸ ਕਰਾਂਗੇ ਵਿਦ ਸਮ ਅਦਰ ਐਟਮ ਤਾਂ ਉਹ ਸਿਸ ਤੇ ਟਰਾਂਸ ਆਈਸੋਮੈਰਿਜ਼ਮ ਨੂੰ ਐਗਜ਼ਿਸਟ ਕਰ ਸਕਦੇ ਨੇ, ਜਿਸ ਕਰਕੇ ਤੁਹਾਡੇ A ਤੇ B ਜੋ ਪ੍ਰੋਟੋਨ ਨੇ ਉਹ ਡਿਫਰੈਂਟਲੀ ਬਿਹੇਵ ਕਰਦੇ ਨੇ। ਤਾਂ ਇੱਥੇ ਤੁਹਾਡੇ ਟੋਟਲ ਨੰਬਰ ਆਫ ਸਿਗਨਲਸ ਕਿੰਨੇ ਆਣਗੇ, 4 ਤਰ੍ਹਾਂ ਦੇ ਆਣਗੇ। ਕੁਐਸਚਨ ਨੰਬਰ 64 ਕਹਿੰਦੇ ESR ਸਪੈਕਟ੍ਰੋਮੀਟਰ ਹੈ ਜਿਹਦੇ ਵਿੱਚ ਤੁਹਾਨੂੰ ਫ੍ਰੀਕੁਐਂਸੀ ਗਿਵਨ ਹੈ, ਤੁਹਾਡੇ ਕੋਲ ਲੈਂਡਾ ਜੀ ਫੈਕਟਰ ਦਿੱਤਾ ਹੈ ਫ੍ਰੀ ਇਲੈਕਟ੍ਰੋਨ ਦਾ, ਬੋਹਰ ਮੈਗਨੇਟ੍ਰੋਨ ਦੀ ਵੈਲਿਊ ਗਿਵਨ ਹੈ, ਯੂ ਹੈਵ ਟੂ ਕੈਲਕੂਲੇਟ ਦਾ ਮੈਗਨੈਟਿਕ ਫੀਲਡ। ਤੁਸੀਂ ਫਾਰਮੂਲਾ ਕੀ ਲਗਾਉਣਾ ਹੈ, ਸ਼ਾਇਦ ਕੱਲ ਵੀ ਡਿਸਕਸ ਕੀਤਾ ਸੀ ਕਿ ਡੈਲਟਾ E ਇਜ਼ ਇਕੁਅਲਸ ਟੂ G ਬੀਟਾ H ਨॉट। ਡੈਲਟਾ E ਕੀ ਹੁੰਦਾ ਹੈ ਤੁਹਾਡਾ H nu ਇਜ਼ ਇਕੁਅਲਸ ਟੂ G ਬੀਟਾ H ਨॉट। ਦੇਖੋ ਹੁਣ H ਦੀ ਵੈਲਿਊ ਕਿੰਨੀ ਹੈ ਤੁਹਾਡੀ, that is 6.626 into 10 raised to power minus 34 ਜਾਊਲ ਸੈਕਿੰਡ। ਫ੍ਰੀਕੁਐਂਸੀ ਦੇਖੋ ਕਿੰਨੀ ਹੈ 9.5 ਗੀਗਾਹਰਟਜ਼ ਹੈ, ਇਹਨੂੰ ਹਰਟਜ਼ ਦੇ ਵਿੱਚ ਕਨਵਰਟ ਕਰ ਲੈਂਦੇ ਹਾਂ ਐਂਡ ਹਰਟਜ਼ ਕੀ ਹੁੰਦਾ ਹੈ ਤੁਹਾਡਾ ਪਰ ਸੈਕਿੰਡ। ਤਾਂ ਦੇਖੋ ਇਹਦੇ ਨਾਲ ਸੈਕਿੰਡ ਦੇ ਨਾਲ ਪਰ ਸੈਕਿੰਡ ਕੈਂਸਲ ਹੋ ਜਾਏਗਾ, that is equals to G ਦੀ ਵੈਲਿਊ ਕਿੰਨੀ ਹੈ 2 ਮਿਊ ਨॉट ਬੀਟਾ, ਬੀਟਾ ਮਤਲਬ ਤੁਹਾਡਾ ਬੋਹਰ ਮੈਗਨੇਟ੍ਰੋਨ ਕਿੰਨੀ ਦਿੱਤੀ ਹੈ ਵੈਲਿਊ 9.273 into 10 raised to power minus 24 ਜਾਊਲ ਪਰ ਟੈਸਲਾ into ਮੈਗਨੈਟਿਕ ਫੀਲਡ ਸਟਰੈਂਥ H ਨੂੰ। ਤੁਸੀਂ ਦੇਖ ਸਕਦੇ ਹੋ ਦੇਖੋ ਜਾਊਲ ਦੇ ਨਾਲ ਜਾਊਲ ਕੈਂਸਲ ਹੋ ਜਾਏਗਾ ਤਾਂ ਜੋ ਵੀ ਆਂਸਰ ਆਏਗਾ that is in the ਟੈਸਲਾ। ਤੇ ਪਰ ਟੈਸਲਾ ਹੈ, ਦੂਸਰੀ ਸਾਈਡ ਜਾ ਕੇ ਕਾਦੇ ਵਿੱਚ ਕਨਵਰਟ ਹੋ ਜਾਏਗਾ ਉਹ ਤੁਹਾਡਾ ਟੈਸਲਾ ਵਿੱਚ ਕਨਵਰਟ ਹੋ ਜਾਏਗਾ। ਤਾਂ ਤੁਸੀਂ ਆਂਸਰ ਦੇਖੋ ਮਿਲੀ ਟੈਸਲਾ ਚ ਰਿਪੋਰਟ ਕਰਨਾ ਹੈ, ਜਦੋਂ ਆਂਸਰ ਸੋਲਵ ਕਰੋਗੇ ਤਾਂ ਆਂਸਰ ਕੀ ਬਣ ਜਾਏਗਾ ਤੁਹਾਡਾ C ਆਪਸ਼ਨ। ਕੁਐਸਚਨ ਨੰਬਰ 65 ਹਿਪਸੋਕ੍ਰੋਮਿਕ ਸ਼ਿਫਟ ਇਜ਼ ਆਲਸੋ ਨੋਨ ਐਜ਼। ਤਾਂ ਦੇਖੋ ਮੈਂ ਤੁਹਾਨੂੰ ਸਾਰੀਆਂ ਲਿਖਵਾ ਦਿੰਦਾ ਹਾਂ ਕੀ ਹੁੰਦਾ ਹੈ। ਦੇਖੋ ਅਗਰ ਵੇਵਲੈਂਥ ਦੇ ਵਿੱਚ ਇਨਕਰੀਜ਼ ਹੋ ਰਿਹਾ ਹੈ, ਅਗਰ ਵੇਵਲੈਂਥ ਵਿੱਚ ਇਨਕਰੀਜ਼ ਹੋ ਰਿਹਾ ਹੈ ਤਾਂ ਉਸ ਨੂੰ ਆਪਾਂ ਬੋਲਦੇ ਹਾਂ ਤੁਹਾਡੀ ਬੈਥੋਕ੍ਰੋਮਿਕ ਸ਼ਿਫਟ, ਬੈਥੋਕ੍ਰੋਮਿਕ ਸ਼ਿਫਟ ਜਿਸ ਨੂੰ ਆਪਾਂ ਰੈੱਡ ਸ਼ਿਫਟ ਵੀ ਬੋਲ ਦਿੰਦੇ ਹਾਂ, that is also known as ਰੈੱਡ ਸ਼ਿਫਟ। ਅਗਰ ਤੁਹਾਡੀ ਵੇਵਲੈਂਥ ਡਿਕਰੀਜ਼ ਕਰ ਰਹੀ ਹੈ ਤਾਂ ਉਸ ਨੂੰ ਆਪਾਂ ਬੋਲਦੇ ਹਾਂ ਹਿਪਸੋਕ੍ਰੋਮਿਕ ਸ਼ਿਫਟ, ਹਿਪਸੋਕ੍ਰੋਮਿਕ ਸ਼ਿਫਟ ਜਿਸ ਨੂੰ ਆਪਾਂ ਬਲੂ ਸ਼ਿਫਟ ਵੀ ਬੋਲਦੇ ਹਾਂ। ਤਾਂ ਇੱਥੇ ਆਂਸਰ ਕੀ ਆਏਗਾ ਤੁਹਾਡਾ B ਆਪਸ਼ਨ। ਦੇਖੋ ਅਗਰ ਤੁਹਾਡਾ ਦੇਖੋ ਇੱਧਰ ਕੀ ਹੈ ਇੰਟੈਂਸਿਟੀ ਇਨਕਰੀਜ਼ ਹੋ ਰਹੀ ਹੈ ਤਾਂ ਉਸ ਨੂੰ ਆਪਾਂ ਬੋਲਦੇ ਹਾਂ ਹਾਈਪਰਕ੍ਰੋਮਿਕ ਸ਼ਿਫਟ, ਹਾਈਪਰਕ੍ਰੋਮਿਕ ਸ਼ਿਫਟ। ਐਂਡ ਅਗਰ ਤੁਹਾਡੀ ਇੰਟੈਂਸਿਟੀ ਡਿਕਰੀਜ਼ ਕਰ ਰਹੀ ਹੈ ਤਾਂ ਉਸ ਨੂੰ ਆਪਾਂ ਬੋਲਦੇ ਹਾਂ ਹਿਪਸੋ ਹਾਈਪੋਕ੍ਰੋਮਿਕ ਸ਼ਿਫਟ, that is your ਹਾਈਪੋਕ੍ਰੋਮਿਕ ਸ਼ਿਫਟ। ਤਾਂ ਦੇਖੋ ਇਹ ਚਾਰ ਵੈਲਿਊਜ਼ ਤੁਸੀਂ ਧਿਆਨ ਚ ਰੱਖਣੀਆਂ ਨੇ, ਚਾਰ ਸ਼ਿਫਟ ਇਹਨਾਂ ਦੇ ਬੇਸ ਤੇ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ and that is from your UV spectroscopy। Question number 66 which of the following molecule show rotational Raman spectra। ਦੇਖੋ ਰਮਨ ਸਪੈਕਟਰਾ ਦੇ ਵਿੱਚ all molecules are Raman active, ਜਿੰਨੇ ਵੀ molecules ਹੁੰਦੇ ਨੇ ਸਾਰੇ ਦੇ ਸਾਰੇ molecule ਤੁਹਾਡੇ ਰਮਨ ਸਪੈਕਟਰਾ ਸ਼ੋ ਕਰਦੇ ਨੇ except perfect tetrahedral and octahedral molecule। perfect tetrahedral and octahedral molecules ਨੂੰ ਛੱਡ ਕੇ ਜਿੰਨੇ ਵੀ molecules ਨੇ ਸਾਰੇ ਦੇ ਸਾਰੇ ਰਮਨ ਐਕਟਿਵ ਹੁੰਦੇ ਨੇ। ਤਾਂ ਦੇਖੋ ਪਹਿਲਾ CH4 that is a tetrahedral structure perfect, ਤਾਂ that is your ਰਮਨ inactive, ਇਹ ਰਮਨ ਸਪੈਕਟਰਾ ਸ਼ੋ ਨਹੀਂ ਕਰੇਗਾ। SF6 perfect octahedral ਹੈ, it will not show ਰਮਨ ਸਪੈਕਟਰਾ। ਤਾਂ ਆਂਸਰ ਕੀ ਆਏਗਾ ਤੁਹਾਡਾ C ਆਪਸ਼ਨ, ਆਂਸਰ ਕੀ ਆਏਗਾ ਤੁਹਾਡਾ C ਆਪਸ਼ਨ। ਦੂਜੀ ਕੰਡੀਸ਼ਨ ਦੇਖੋ ਕੀ ਹੁੰਦੀ ਹੈ, ਰਮਨ ਐਕਟਿਵ ਹੋਣ ਦੇ ਲਈ ਮੋਲੀਕਿਊਲ ਸ਼ੁੱਡ ਹੈਵ ਪੋਲਰਾਈਜ਼ੇਬਿਲਿਟੀ, ਉਹਦੇ ਵਿੱਚ ਕੀ ਹੋਣੀ ਚਾਹੀਦੀ ਹੈ ਪੋਲਰਾਈਜ਼ੇਬਿਲਿਟੀ ਹੋਣੀ ਚਾਹੀਦੀ ਹੈ। ਕਈ ਵਾਰ ਪੇਪਰ ਦੇ ਵਿੱਚ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ, that is equal to alpha E। Question number 67 tick the correct answer for Michelson Menten equation। देखो टोटल जो Michelson Menten equation है that is a biocatalyst या enzyme reaction ਹੁੰਦੀ ਹੈ। ਇਹਦੇ ਵਿੱਚ ਤਿੰਨ ਰਿਐਕਸ਼ਨਸ ਜੋ ਹੁੰਦੀਆਂ ਨੇ ਉਹ ਇੰਪੋਰਟੈਂਟ ਨੇ, ਉਹ ਤਿੰਨ ਰਿਐਕਸ਼ਨ ਬਸ ਤੁਸੀਂ ਦਿਮਾਗ ਦੇ ਵਿੱਚ ਰੱਖਣੀਆਂ ਨੇ। ਤਾਂ ਜੋ ਉਹਨਾਂ ਵਿੱਚੋਂ ਪਹਿਲੀ ਰਿਐਕਸ਼ਨ ਹੈ that is your R equal to R ਕੀ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਤੁਹਾਡੇ ਰੇਟ ਨੂੰ, R max ਮਤਲਬ ਮੈਕਸਿਮਮ ਰੇਟ into substrate ਦੀ concentration
डिवाइडेड बाय km, km की है थोड़ा माइकलिस मेंटन कांस्टेंट है, प्लस substrate the concentration. That is your first equation of your Michelson-Menton equation. Second, the value of R max, maximum जो थोड़ी rate है वो कादे इक्वल होंदी है थोड़े, that is your rate constant E2 and initial concentration of your enzyme E0. That is your second equation. And the third one, the value of your Michelson-Menton constant, that is equals to K minus 1 K2 divided by K1. That is the Michelson-Menton constant Km. That is the value. The तीन equation ਨੂੰ ਤੁਸੀਂ ਦਿਮਾਗ ਦੇ ਵਿੱਚ ਇਹ ਰੱਖਣਾ ਹੈ, that is the Michaelis-Menten equation. ਤਾਂ according to that ਦੇਖੋ ਅਗਰ ਆਪਾਂ ਆਹ R max ਦੀ value ਆਪਾਂ first equation ਦੇ ਵਿੱਚ put ਕਰੀਏ ਤਾਂ ਇੱਥੇ ਆਪਣਾ correct answer ਕੀ ਆ ਜਾਏਗਾ ਤੁਹਾਡਾ A option. ਤਾਂ ਇੱਥੇ answer ਕੀ ਆਏਗਾ ਤੁਹਾਡਾ A option. Question number 68. Among the following, the state function is. ਦੇਖੋ ਮੈਂ ਪਹਿਲਾਂ ਵੀ ਦੱਸਿਆ ਹੈ ਜਿੰਨੇ ਵੀ thermodynamical parameters ਨੇ ਉਹਦੇ ਵਿੱਚ ਸਾਰੇ parameters ਤੁਹਾਡੇ ਕੀ ਹੁੰਦੇ ਨੇ state functions ਹੁੰਦੇ ਨੇ except ਤੁਹਾਡਾ work ਤੇ heat energy, ਇਹਨਾਂ ਦੋਨਾਂ ਨੂੰ ਛੱਡ ਕੇ ਬਾਕੀ ਜਿੰਨੇ ਵੀ ਤੁਹਾਡੇ functions ਨੇ that are your state functions. ਠੀਕ ਹੈ, ਤਾਂ ਇੱਥੇ answer ਕੀ ਆਏਗਾ ਤੁਹਾਡਾ internal energy, ਕਿਉਂਕਿ work ਚਾਹੇ ਤੁਹਾਡਾ irreversible ਹੈ ਚਾਹੇ reversible ਹੈ, that is your path function. work ਤੇ ਜੋ heat ਹੁੰਦੀ ਹੈ ਉਹ ਤੁਹਾਡਾ path function ਹੁੰਦਾ ਹੈ, ਜਦ ਕਿ ਬਾਕੀ ਜਿੰਨੇ ਵੀ ਤੁਹਾਡੇ thermodynamical parameters ਨੇ ਚਾਹੇ ਤੁਹਾਡੀ internal energy ਹੈ ਚਾਹੇ ਤੁਹਾਡੀ enthalpy ਹੈ ਚਾਹੇ ਤੁਹਾਡੀ entropy ਹੈ ਚਾਹੇ ਤੁਹਾਡੀ ਕੋਈ internal energy ਜਾਂ ਕੋਈ activation energy ਹੈ, all are your state functions. Question number 69. Which of the following fuels has the highest calorific value? देखो calorific value ਦਾ ਮਤਲਬ ਕੀ ਹੁੰਦਾ ਹੈ, ਜੋ ਕਿੰਨੀ amount of energy release ਕਰੇਗਾ ਜਦੋਂ ਉਹਨੂੰ ਆਪਾਂ completely combust ਕਰਦੇ ਹਾਂ in the presence of oxygen. ਤਾਂ among the given compounds ਤਾਂ ਇਹਦਾ answer ਕੀ ਆਏਗਾ ਤੁਹਾਡਾ kerosene. ਤਾਂ ਇਸ ਨੂੰ ਤੁਸੀਂ ਦਿਮਾਗ 'ਚ ਰੱਖਣਾ ਹੈ ਕਿ kerosene has the highest calorific value. Question number 7070. The solubility of lead hydroxide in water is this one. ਤਾਂ ਤੁਹਾਨੂੰ ਦੇਖੋ solubility ਦਿੱਤੀ ਹੈ, S value given ਹੈ 6.7 into 10 raised to power minus 6 molar. ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਜੋ lead hydroxide ਹੈ ਦੇਖ ਲੈਂਦੇ ਹਾਂ, that is a sparingly soluble salt. ਜਦੋਂ ਇਹ sparingly soluble ਹੁੰਦਾ ਹੈ, it dissociate into your lead plus 2 moles of your hydroxide ion. ਤਾਂ ਜਦੋਂ ਇਹ dissociate ਹੋਏਗਾ ਤਾਂ ਇਸ ਦੀ solubility lead ਕਿੰਨਾ ਬਣੇਗਾ with solubility S and hydroxide with solubility 2S ਬਣੇਗਾ। ਤਾਂ ਅਗਰ ਇਸ ਦੀ ਆਪਾਂ solubility product ਦੀ ਗੱਲ ਕਰੀਏ KSP ਦੀ, that is equal to the concentration of your lead and concentration of your hydroxide raised to power 2 because coefficient ਕਿੰਨਾ ਹੈ ਇੱਥੇ 2 ਹੈ। ਤਾਂ ਦੇਖੋ lead ਦੀ concentration ਕਿੰਨੀ ਹੈ S ਹੈ and hydroxide ਦੀ concentration ਕਿੰਨੀ ਹੈ 2S ਦਾ ਸਕੁਆਇਰ। ਤਾਂ ਜਦੋਂ ਤੁਸੀਂ ਇਸ ਨੂੰ ਸੋਲਵ ਕਰੋਗੇ ਤਾਂ KSP ਦੀ ਵੈਲਿਊ ਕਿੰਨੀ ਆ ਰਹੀ ਹੈ ਤੁਹਾਡੀ 4S ਕਿਊਬ ਤੇ S ਦੀ ਵੈਲਿਊ ਕਿੰਨੀ ਗਿਵਨ ਹੈ ਤੁਹਾਡੇ ਕੋਲੇ 6.7 into 10 raised to power minus 6। ਤਾਂ ਜਦੋਂ ਤੁਸੀਂ ਇੱਥੋਂ ਸੋਲਵ ਕਰੋਗੇ ਤਾਂ ਜੋ ਤੁਹਾਡਾ KSP ਹੈ, KSP ਦੀ ਵੈਲਿਊ ਕਿੰਨੀ ਆ ਜਾਏਗੀ 1.203 into 10 raised to power minus 15। ਕਿੰਨੀ ਆ ਜਾਏਗੀ ਤੁਹਾਡੀ KSP ਦੀ ਵੈਲਿਊ 1.203 into 10 raised to power minus 15। now ਦੇਖੋ ਹੁਣ ਤੁਸੀਂ ਕੈਲਕੂਲੇਟ ਕੀ ਕਰਨਾ ਹੈ, solubility ਹੀ ਕੈਲਕੂਲੇਟ ਕਰਨੀ ਹੈ lead hydroxide ਦੀ buffer solution of pH8। ਦੇਖੋ ਹੁਣ pH8 ਦਾ ਮਤਲਬ ਕੀ ਹੈ ਕਿ ਇੱਥੇ H+ ਦੀ concentration ਕਿੰਨੀ ਹੈ ਤੁਹਾਡੇ ਕੋਲੇ 10 raised to power minus 8, ਕਿਉਂਕਿ ਦੇਖੋ pH ਕਾਦੇ ਇਕੁਅਲ ਹੁੰਦਾ ਹੈ ਤੁਹਾਡਾ minus log of H+ concentration। ਤਾਂ ਇੱਥੇ H+ ਦੀ concentration ਕਿੰਨੀ ਹੋਗੀ ਤੁਹਾਡੇ ਕੋਲ 10 raised to power minus 8 and according to the formula concentration of your H positive and OH negative that is equals to 10 raised to power minus 14 and अगर ਤੁਸੀਂ H positive ਦੀ ਵੈਲਿਊ ਇੱਥੇ ਪੁੱਟ ਕਰੋਗੇ concentration ਦੀ ਤਾਂ OH negative ਦੀ ਜੋ concentration ਹੈ ਉਹ ਕਿੰਨੀ ਆ ਜਾਏਗੀ ਤੁਹਾਡੇ ਕੋਲੇ 10 raised to power minus 6 molar, 10 raised to power minus 6 molar। now ਹੁਣ ਦੇਖੋ again ਤੁਸੀਂ KSP ਦੀ ਆਹ ਵੈਲਿਊ ਨੂੰ ਯੂਜ਼ ਕਰੋਗੇ ਤਾਂ KSP ਕਿੰਨਾ ਹੈ ਤੁਹਾਡਾ 1.203 into 10 raised to power minus 15 equal to ਦੇਖੋ lead ਦੀ concentration ਹੁਣ ਆਪਾਂ ਨੂੰ ਨਹੀਂ ਪਤਾ in buffer, ਉਹ ਆਪਾਂ ਕੈਲਕੂਲੇਟ ਕਰਨੀ ਹੈ and hydroxide ਦੀ concentration ਕਿੰਨੀ ਆਈ ਹੈ ਆਪਣੀ buffer ਦੇ ਵਿੱਚ 10 raised to power minus 6। ਤਾਂ ਇੱਥੇ ਉੱਤੇ ਕੀ ਹੈ ਤੁਹਾਡਾ
ਹੋਲ ਸਕੁਆਇਰ ਹੈ। ਤਾਂ ਜਦੋਂ ਤੁਸੀਂ ਇਸ ਨੂੰ ਸੋਲਵ ਕਰ ਲਓਗੇ ਤਾਂ ਤੁਹਾਡੇ ਕੋਲ ਲੈਡ ਆਇਨ ਦੀ ਜੋ ਹੈ ਤੁਹਾਡੇ ਕੋਲ ਕੰਸੈਂਟ੍ਰੇਸ਼ਨ ਕਿੰਨੀ ਆ ਜਾਏਗੀ ਬਫਰ ਸੋਲਿਊਸ਼ਨ ਦੇ ਵਿੱਚ, that comes out to be your 1.203 into 10 raised to power minus 3 molar। ਤਾਂ ਇਹ ਇੰਨੀ ਕੰਸੈਂਟ੍ਰੇਸ਼ਨ ਆ ਜਾਏਗੀ। ਐਂਡ ਜੋ ਲੈਡ ਦੀ ਕੰਸੈਂਟ੍ਰੇਸ਼ਨ ਹੈ that is your solubility। ਸੋ ਇੱਥੇ ਆਂਸਰ ਕੀ ਆ ਜਾਏਗਾ ਤੁਹਾਡਾ ਬੀ ਆਪਸ਼ਨ। ਆਂਸਰ ਕੀ ਆ ਜਾਏਗਾ ਤੁਹਾਡਾ ਡੀ ਆਪਸ਼ਨ। क्वेश्चन नंबर 71, which of the following will function as buffer। ਤਾਂ ਦੇਖੋ ਸਭ ਤੋਂ ਪਹਿਲਾਂ ਸਮਝੋ ਬਫਰ ਹੁੰਦਾ ਕੀ ਹੈ। ਤਾਂ ਬਫਰ ਜਨਰਲੀ ਕੀ ਹੁੰਦਾ ਹੈ ਤੁਹਾਡਾ, ਜਨਰਲੀ ਇਟ ਇਜ਼ ਦਾ ਵੀਕ ਐਸਿਡ ਪਲਸ salt of conjugate base, salt of conjugate base, that is the salt of your weak acid and salt of its conjugate base, or that is the weak base plus salt of conjugate acid। ਤਾਂ ਤੁਸੀਂ ਬਸ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਤਾਂ ਇਹਦੇ ਵਿੱਚ ਦੇਖੋ ਹੁਣ ਬਫਰ ਸੋਲਿਊਸ਼ਨ ਕਿਹੜਾ ਐਕਟ ਕਰੇਗਾ, that is your borax plus boric acid। ਦੇਖੋ boric acid ਕੀ ਹੁੰਦਾ ਹੈ H3BO3, that is a very weak acid, monobasic ਹੁੰਦਾ ਹੈ। ਇਹਦਾ n ਫੈਕਟਰ ਕਿੰਨਾ ਹੁੰਦਾ ਹੈ ਤੁਹਾਡਾ 1 ਹੁੰਦਾ ਹੈ। ਐਂਡ ਬੋਰੈਕਸ ਕੀ ਹੈ, ਇਸਦਾ conjugate base ਦਾ salt ਹੈ। ਤਾਂ ਇੱਥੇ ਆਂਸਰ ਕੀ ਆਏਗਾ ਤੁਹਾਡਾ A ਆਪਸ਼ਨ। ਦੇਖੋ NaOH ਕੀ ਹੈ ਤੁਹਾਡਾ ਸਟਰੋਂਗ ਬੇਸ ਹੈ। ਤਾਂ ਆਪਾਂ ਬਫਰ ਦੇ ਵਿੱਚ ਕਦੇ ਵੀ ਸਟਰੋਂਗ ਐਸਿਡ ਜਾਂ ਸਟਰੋਂਗ ਬੇਸ ਨੂੰ ਯੂਜ਼ ਨਹੀਂ ਕਰਦੇ। ਦੇਖੋ ਆਹ ਦੋਨੋਂ ਹੀ ਕੀ ਨੇ ਤੁਹਾਡੇ ਸਾਲਟ ਨੇ, ਤਾਂ ਆਪਾਂ ਕਦੇ ਵੀ ਦੋਨੋਂ ਸਾਲਟ ਨਹੀਂ ਯੂਜ਼ ਕਰਾਂਗੇ ਬਫਰ ਦੇ ਵਿੱਚ। ਇੱਕ ਕੋਈ ਵੀ ਤੁਹਾਡਾ ਵੀਕ ਐਸਿਡ ਜਾਂ ਵੀਕ ਬੇਸ ਹੋ ਸਕਦਾ ਹੈ ਐਂਡ ਉਸਦੇ ਕੋਰਸਪੋਂਡਿੰਗ ਸਾਲਟ ਹੋ ਸਕਦਾ ਹੈ ਉਸੇ conjugate ਐਸਿਡ ਦਾ ਜਾਂ conjugate ਬੇਸ ਦਾ। ਤਾਂ ਇੱਥੇ ਆਂਸਰ ਕੀ ਆਏਗਾ ਤੁਹਾਡਾ A ਆਪਸ਼ਨ। क्वेश्चन नंबर 72 ਆਪਾਂ ਆਲਰੇਡੀ ਕੱਲ ਵੀ ਡਿਸਕਸ ਕਰ ਚੁੱਕੇ ਹਾਂ ਕਿ ਜੋ ਤੁਹਾਡਾ ਕੋਪਰ ਹੁੰਦਾ ਹੈ that is less reactive as compared to the iron, due to which it can't displace your iron from its solution। ਤਾਂ ਕਰਕੇ ਇੱਥੇ ਕੀ ਆਏਗਾ ਤੁਹਾਡਾ C ਆਪਸ਼ਨ, no iron will be precipitated from the solution। ਕੱਲ ਵੀ ਇਲੈਕਟ੍ਰੋਕੈਮੀਕਲ ਸੀਰੀਜ਼ ਲਿਖਵਾਈ ਸੀ ਜਿਹਦੇ ਵਿੱਚ ਦੱਸਿਆ ਸੀ ਕਿ iron is the more reactive as compared to the copper। ਤਾਂ ਜੋ ਚੀਜ਼ ਜ਼ਿਆਦਾ ਰਿਐਕਟਿਵ ਹੁੰਦੀ ਹੈ ਉਹ ਲੈਸ ਰਿਐਕਟਿਵ ਨੂੰ ਰਿਪਲੇਸ ਕਰ ਸਕਦੀ ਹੈ, ਬਟ ਕਿਉਂਕਿ ਇੱਥੇ ਕੋਪਰ ਤੁਹਾਡਾ ਲੈਸ ਰਿਐਕਟਿਵ ਹੈ ਤਾਂ ਲੈਸ ਰਿਐਕਟਿਵ ਹੋਣ ਕਰਕੇ ਉਹ ਤੁਹਾਡੇ ਮੋਰ ਰਿਐਕਟਿਵ Fe3 ਪੋਜ਼ਿਟਿਵ ਨੂੰ ਉਸਦੇ ਸੋਲਿਊਸ਼ਨ ਦੇ ਵਿੱਚੋਂ ਡਿਸਪਲੇਸ ਨਹੀਂ ਕਰਵਾ ਸਕਦਾ। ਤਾਂ ਇੱਥੇ ਆਂਸਰ ਕੀ ਆਏਗਾ ਤੁਹਾਡਾ C ਆਪਸ਼ਨ, no iron will be precipitated from the solution। ਤਾਂ ਦੇਖੋ ਇੱਥੇ ਕੀ ਹੈ ਆਪਣੇ ਕੋਲ ਕੋਈ ਰਿਐਕਸ਼ਨ ਨਹੀਂ ਹੋਣੀ, ਧਿਆਨ ਰੱਖਣਾ। ਇਨ ਕੇਸ ਅਗਰ ਆਪਣੇ ਕੋਲ ਦੇਖੋ ਆ ਦਿੱਤਾ ਹੁੰਦਾ ਆਇਰਨ ਪਲਸ ਕੋਪਰ ਕਲੋਰਾਈਡ, ਹਾਂ ਫਿਰ ਦੈਨ ਇੱਥੇ ਰਿਐਕਸ਼ਨਾਂ ਪੋਸੀਬਲ ਸੀ that will be converted into your iron chloride plus copper because iron is more reactive than copper। ਤਾਂ ਉਹ ਕੋਪਰ ਨੂੰ ਉਸਦੇ ਸੋਲਿਊਸ਼ਨ ਚੋਂ ਡਿਸਪਲੇਸ ਕਰਵਾ ਸਕਦੀ ਹੈ। ਕੁਐਸਚਨ ਨੰਬਰ 73, which of the following is correct relation। ਤਾਂ ਇਹਦੇ ਵਿੱਚੋਂ ਦੇਖੋ ਜੋ correct relation ਹੈ that is your C option। ਧਿਆਨ ਕੀ ਰੱਖਣਾ ਹੈ, ਦੇਖੋ ਕਿ ਡੈਲਟਾ G ਨੋਟ ਇਕੁਅਲ ਟੂ ਮਾਈਨਸ NF E ਨੋਟ ਹੈ। ਦੇਖੋ ਸਟੈਂਡਰਡਲੀ ਸਟੈਂਡਰਡ ਲੈਣਾ ਹੈ। ਤਾਂ ਅਗਰ ਤੁਸੀਂ ਜਨਰਲ ਫ੍ਰੀ એનર્ਜੀ ਚੇਂਜ ਕੈਲਕੂਲੇਟ ਕਰ ਰਹੇ ਹੋ ਤਾਂ ਇੱਥੇ ਵੀ ਜੋ ਤੁਸੀਂ E ਸੈੱਲ ਲਓਗੇ that is the free energy E cell, that is not standard। ਧਿਆਨ ਰੱਖਣਾ ਜਦੋਂ ਤੁਸੀਂ ਗਿਬਸ ਫ੍ਰੀ ਸਟੈਂਡਰਡ ਫ੍ਰੀ એનર્ਜੀ ਲੈ ਰਹੇ ਹੋ ਤਾਂ ਉੱਥੇ ਤੁਸੀਂ ਆਪਣਾ ਸਟੈਂਡਰਡ ਇਲੈਕਟ੍ਰੋਡ ਪੋਟੈਂਸ਼ੀਅਲ ਕੰਸੀਡਰ ਕਰਨਾ ਹੈ। ਤਾਂ that is the main difference। ਇੱਥੇ ਆਂਸਰ ਕੀ ਆਏਗਾ ਤੁਹਾਡਾ C ਆਪਸ਼ਨ। क्वेश्चन नंबर 74, डाइजोनियम सॉल्ट ਦੀ ਰਿਐਕਸ਼ਨ ਗਿਵਨ ਹੈ, ਕਹਿੰਦੇ at 0 ਡਿਗਰੀ ਸੈਲਸੀਅਸ ਜੋ ਤੁਹਾਡੀ ਐਵੋਲੂਸ਼ਨ ਹੈ ਨਾਈਟ੍ਰੋਜਨ ਗੈਸ ਜੋ ਬਾਹਰ ਨਿਕਲਦੀ ਹੈ becomes 2 times faster when the initial concentration is double। ਤਾਂ ਤੁਸੀਂ ਦੱਸਣਾ ਹੈ ਰੇਟ ਆਫ ਰਿਐਕਸ਼ਨ ਦਾ ਆਰਡਰ ਕੀ ਹੋਏਗਾ। ਦੇਖੋ ਧਿਆਨ ਨਾਲ ਸਮਝੋ, ਜੋ ਤੁਹਾਡਾ ਰੇਟ ਹੁੰਦਾ ਹੈ that is equals to K A ਦੀ ਪਾਵਰ n, concentration raised to power n, where n is the order of the reaction। ਤਾਂ ਦੇਖੋ ਹੁਣ ਕੀ ਹੈ ਕਿ ਅਗਰ ਆਪਾਂ ਇਨੀਸ਼ੀਅਲ ਕੰਸੈਂਟ੍ਰੇਸ਼ਨ ਨੂੰ ਡਬਲ ਕਰ ਰਹੇ ਹਾਂ ਤਾਂ ਹੁਣ ਮੈਂ ਕੰਸੈਂਟ੍ਰੇਸ਼ਨ ਕੀ ਕਰਤੀ ਤੁਹਾਡੀ 2A ਕਰਤੀ, ਤਾਂ ਜੋ ਤੁਹਾਡੀ ਰਿਐਕਸ਼ਨ ਦਾ ਦੇਖੋ ਰੇਟ ਹੈ ਉਹ ਕੀ ਹੋ ਰਿਹਾ ਹੈ 2 ਟਾਈਮਸ ਫਾਸਟਰ ਹੋ ਰਿਹਾ ਹੈ। that means ਰੇਟ ਕੀ ਬਣ ਰਹੀ ਹੈ ਤੁਹਾਡੀ 2R ਬਣ ਰਹੀ ਹੈ। ਸੋ that is equation number 1, that is equation number 2। ਤਾਂ 2 ਨੂੰ ਦੇਖੋ 1 ਨਾਲ ਡਿਵਾਈਡ ਕਰੋ ਤਾਂ ਜਦੋਂ ਤੁਸੀਂ ਡਿਵਾਈਡ ਕਰੋਗੇ ਕੀ ਬਣੇਗਾ 2R by R is equals to K 2A ਦੀ ਪਾਵਰ n divided by K concentration of A ਦੀ ਪਾਵਰ n। ਤਾਂ ਦੇਖੋ R ਨਾਲ R ਕੈਂਸਲ, K ਨਾਲ K ਕੈਂਸਲ, A ਦੇ ਨਾਲ A ਕੈਂਸਲ। ਤਾਂ ਜਦੋਂ ਦੇਖੋ ਤੁਸੀਂ ਇਸ ਨੂੰ ਸੋਲਵ ਕਰੋਗੇ ਤਾਂ ਆਪਣੇ ਕੋਲ ਕੀ ਬਣ ਜਾਏਗਾ 2 ਪਾਵਰ n equal to 2, that means n equal to 1। so that means ਜੋ ਕਿ order of reaction ਹੈ that is your first order reaction। ਤਾਂ ਆਂਸਰ ਕੀ ਆਏਗਾ ਤੁਹਾਡਾ ਇੱਥੇ A option।
क्वेश्चन नंबर 75 अगेन रिपीटेड है, रिएक्शन गिवन है, कहते जीरो ऑर्डर कदों होएगी। ਤਾਂ ਜ਼ੀਰੋ ਆਰਡਰ ਦਾ ਮਤਲਬ ਕਦੋਂ ਹੋਏਗੀ, ਮਤਲਬ ਰੇਟ ਕਾਤੇ ਡਿਪੈਂਡ ਕਰਦੀ ਹੈ, ਤੁਹਾਡੇ ਕੰਸੈਂਟ੍ਰੇਸ਼ਨ ਆਫ ਰਿਐਕਟੈਂਟ। ਦੈਟ ਮੀਨਸ ਇਸ ਕੇਸ ਦੇ ਵਿੱਚ ਜੋ ਤੁਹਾਡੀ ਰੇਟ ਹੈ ਉਹ ਤੁਹਾਡੇ ਇਨੀਸ਼ੀਅਲ ਕੰਸੈਂਟ੍ਰੇਸ਼ਨ ਆਫ ਰਿਐਕਟੈਂਟ ਤੇ ਕੀ ਹੈ, ਇੰਡੀਪੈਂਡੈਂਟ ਹੈ, ਉਸਦਾ ਜ਼ੀਰੋ ਆਰਡਰ ਹੈ, ਤਾਂ ਕਰਕੇ ਉਹ ਤੁਹਾਡੇ ਰਿਐਕਟੈਂਟ ਦੀ ਕੰਸੈਂਟ੍ਰੇਸ਼ਨ ਤੇ ਡਿਪੈਂਡ ਨਹੀਂ ਕਰਦੀ। ਤਾਂ ਆਨਸਰ ਕੀ ਆਏਗਾ ਤੁਹਾਡਾ ਡੀ ਆਪਸ਼ਨ, the rate of reaction remains same at any concentration of reactant। चाहे reactant की जो मर्जी concentration ले लो, because जो थोड़ी rate of reaction है in zero order, that will not depend upon the concentration of reactant। तो rate of reaction की रहेगी थोड़ी same रहेगी। तो 75 का आंसर की आएगा थोड़ा D option। Question number 76, according to Langmuir adsorption isotherm, the amount of gas absorbed at high pressure। देखो बहुत ही ज्यादा जो हाई प्रेशर हो जाता है ਤਾਂ ਤੁਹਾਡਾ ਕੀ ਹੁੰਦਾ ਹੈ ਕਿ ਜੋ ਵੀ ਐਡਜ਼ੌਰਪਸ਼ਨ ਹੈ ਉਹ ਆਪਣੀ ਮੈਕਸਿਮਮ ਵੈਲਿਊ ਨੂੰ ਰੀਚ ਕਰ ਜਾਂਦਾ ਹੈ। ਰੀਜ਼ਨ ਕਿਉਂਕਿ ਦੇਖੋ ਜਦੋਂ ਜਦੋਂ ਆਪਾਂ ਪ੍ਰੈਸ਼ਰ ਵਧਾ ਰਹੇ ਹਾਂ ਤਾਂ ਜਿੰਨੀ ਸਪੇਸ ਖਾਲੀ ਹੈ ਸਰਫੇਸ ਤੇ ਓਨੀ ਕੀ ਹੋ ਜਾਏਗੀ, ਅਬਜ਼ੌਰਬ ਹੋ ਜਾਏਗੀ। ਪਰ ਅਗਰ ਤੁਸੀਂ ਪ੍ਰੈਸ਼ਰ ਬਹੁਤ ਹੀ ਜ਼ਿਆਦਾ ਅਪਲਾਈ ਕਰ ਦਿੰਦੇ ਹੋ ਪਰ ਆਲਰੇਡੀ ਜਿੰਨੀ ਸਪੇਸ ਉਹਦੇ ਕੋਲ ਪ੍ਰੈਜ਼ੈਂਟ ਸੀ ਉਹ ਓਕੂਪਾਈ ਹੋ ਚੁੱਕੀ ਹੈ, ਹੁਣ ਚਾਹੇ ਜਿੰਨਾ ਮਰਜ਼ੀ ਤੁਸੀਂ ਪ੍ਰੈਸ਼ਰ ਅਪਲਾਈ ਕਰ ਲਓ ਤਾਂ ਸਰਫੇਸ ਤੇ ਹੋਰ ਜ਼ਿਆਦਾ ਐਡਜ਼ੌਰਪਸ਼ਨ ਨਹੀਂ ਹੋ ਸਕਦੀ। ਇਟ ਵਿਲ ਰੀਚ ਅ ਮੈਕਸਿਮਮ constant limiting value। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ A option। after a certain pressure, ਇੱਕ ਲਿਮਿਟਡ ਪ੍ਰੈਸ਼ਰ ਤੋਂ ਬਾਅਦ ਚਾਹੇ ਜਿੰਨਾ ਮਰਜ਼ੀ ਪ੍ਰੈਸ਼ਰ ਅਪਲਾਈ ਕਰ ਲਓ, ਜੋ ਤੁਹਾਡੀ ਐਡਜ਼ੌਰਪਸ਼ਨ ਹੈ, ਅਮਾਉਂਟ ਆਫ ਗੈਸ ਜੋ ਐਡਜ਼ੌਰਬ ਹੋਣਾ ਹੈ, that will remains constant। Question number 77, which of the following electrolyte is the least effective in causing fluctuation? Fluctuation मतलब coagulate करना या precipitate बनाना। That is the Hardy's fuse rule of ferric hydroxide salt। देखो मैं पहला भी दसिया सी कि जो थोड़े ferric hydroxide salts ਹੁੰਦੇ ਨੇ that are your positively charged salt। positive ਨੂੰ देखो coagulate कौन करेगा ਤੁਹਾਡਾ नेगेटिव चार्ज। कौन coagulate करेगा ਤੁਹਾਡਾ नेगेटिव चार्ज। इन्होंने पूछे लीस्ट रिएक्टिव, तो लीस्ट रिएक्टिव मतलब ਜਿਹਦਾ ਉੱਪਰ 네ਗੇਟਿਵ ਚਾਰਜ ਕੀ ਹੋਊਗਾ, ਲੈਸ ਹੋਏਗਾ। ਤਾਂ ਆਪਾਂ ਚੈੱਕ ਕਰਦੇ ਹਾਂ, ਦੇਖੋ KBr ਦੇ ਵਿੱਚ Br -1 ਹੈ, SO4 2 네ਗੇਟਿਵ ਹੁੰਦਾ ਹੈ ਐਂਡ ਇੱਥੇ ਜੋ ਤੁਹਾਡਾ ਕੰਪਲੈਕਸ ਹੈ ਉਹਦੇ ਉੱਪਰ ਚਾਰਜ ਕਿੰਨਾ ਹੈ -3। ਤਾਂ ਜਿਸ ਦੇ ਉੱਪਰ ਜਿੰਨਾ ਲੈਸ 네ਗੇਟਿਵ ਚਾਰਜ that will be the least effective in causing the coagulation। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ A option। ਧਿਆਨ ਰੱਖਣਾ ਪਹਿਲਾਂ ਵੀ ਦੱਸ ਚੁੱਕਿਆ ਹਾਂ, ਜੋ ਤੁਹਾਡਾ ਹਾਰਡੀਸ ਫਿਊਜ਼ ਰੂਲ ਹੈ ਉਹ ਕੀ ਕਰਦਾ ਹੈ, ਕੋਗੂਲੇਸ਼ਨ ਨੂੰ ਡਿਪਿਕਟ ਕਰਦਾ ਹੈ। ਪੋਜ਼ਿਟਿਵਲੀ ਸੋਲ ਨੂੰ ਕੌਣ ਕੋਗੂਲੇਟ ਕਰੇਗਾ, ਤੁਹਾਡਾ 네ਗੇਟਿਵ। ਜਿੰਨਾ ਜ਼ਿਆਦਾ 네ਗੇਟਿਵ ਚਾਰਜ ਹੋਏਗਾ ਓਨੀ ਹੀ ਜਲਦੀ ਤੁਹਾਡੀ ਕੀ ਹੋਏਗੀ, ਉੱਥੇ ਕੋਗੂਲੇਸ਼ਨ ਹੋਏਗੀ। Question number 78, in adsorption of oxalic acid on your activated charcoal, the activated charcoal is called। ਦੇਖੋ ਜੋ ਤੁਹਾਡਾ ਸਬਸਟੈਂਸ ਐਡਜ਼ੌਰਬ ਹੋਣ ਆ ਰਿਹਾ ਹੈ, ਜੋ ਐਡਜ਼ੌਰਬ ਹੁੰਦਾ ਹੈ ਉਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਐਡਜ਼ੌਰਬੇਟ। ਤੇ ਜਿਸ ਸਰਫੇਸ ਤੇ ਆ ਕੇ ਉਹ ਐਡਜ਼ੌਰਬ ਹੁੰਦਾ ਹੈ ਉਹਨੂੰ ਆਪਾਂ ਬੋਲਦੇ ਹਾਂ ਤੁਹਾਡਾ ਐਡਜ਼ੌਰਬੈਂਟ। ਉਸ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡਾ ਐਡਜ਼ੌਰਬੈਂਟ। ਤਾਂ ਐਕਟੀਵੇਟਡ ਚਾਰਕੋਲ ਕਿਦਾਂ ਦਾ ਐਕਟ ਕਰ ਰਿਹਾ ਤੁਹਾਡੇ ਸਰਫੇਸ ਦੀ ਤਰ੍ਹਾਂ, ਤਾਂ ਇਸ ਨੂੰ ਆਪਾਂ ਕੀ ਬੋਲਾਂਗੇ ਤੁਹਾਡਾ ਐਡਜ਼ੌਰਬੈਂਟ। ਕੀ ਬੋਲਾਂਗੇ ਇਸ ਨੂੰ ਆਪਾਂ ਐਡਜ਼ੌਰਬੈਂਟ। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ ਡੀ ਆਪਸ਼ਨ। क्वेश्चन नंबर 79 अगेन रिपीटेड है, want of factor for electrolyte। देखो इलेक्ट्रोलाइट का काम की ਹੁੰਦਾ है डिसोशिएट होना। ਤਾਂ ਜੋ ਮੋਲੀਕੂਲ ਤੁਹਾਡਾ ਜੋ ਇਲੈਕਟ੍ਰੋਲਾਈਟ ਹੈ ਅਗਰ डिसोसिएशन ਚ ਜਾਂਦਾ ਹੈ ਤਾਂ ਉਸਦਾ ਜੋ want of factor ਦੀ ਵੈਲਿਊ ਹੈ that is greater than 1। ਉਸਦੀ ਵੈਲਿਊ ਕੀ ਆਏਗੀ, greater than 1। ਅਗਰ ਕੋਈ ਮੋਲੀਕੂਲ ਐਸੋਸੀਏਸ਼ਨ ਚ ਜਾਂਦਾ ਹੈ ਤਾਂ ਉਸਦੀ I ਵੈਲਿਊ ਕੀ ਹੁੰਦੀ ਹੈ, less than 1। ਅਗਰ ਕੋਈ ਤੁਹਾਡਾ ਨॉन ਇਲੈਕਟ੍ਰੋਲਾਈਟ ਹੈ ਮਤਲਬ ਨਾ ਤਾਂ ਉਹ डिसोसिएशन ਚ ਜਾ ਰਿਹਾ ਹੈ ਨਾ ਹੀ ਤੁਹਾਡਾ ਐਸੋਸੀਏਸ਼ਨ ਚ ਜਾ ਰਿਹਾ ਹੈ ਤਾਂ ਉਸਦੇ ਲਈ ਤੁਹਾਡੀ I ਵੈਲਿਊ ਕਿੰਨੀ ਹੁੰਦੀ ਹੈ ਤੁਹਾਡੀ, that is equals to 1। ਲੈਟਸ ਸਪੋਜ਼ ਕਿ ਮੰਨ ਲਓ ਤੁਹਾਡੇ ਕੋਲ ਮੈਗਨੀਸ਼ੀਅਮ ਕਲੋਰਾਈਡ ਹੈ, ਅਗਰ ਇਸਦੀ I ਵੈਲਿਊ ਪੁੱਛਣ ਤਾਂ ਕਿੰਨੀ ਆਏਗੀ। ਤਾਂ ਦੇਖੋ ਮੈਗਨੀਸ਼ੀਅਮ ਕਾਦੇ ਵਿੱਚ ਡਿਸੋਸੀਏਟ ਕਰੇਗਾ, ਤੁਹਾਡਾ Mg ਪੋਜ਼ਿਟਿਵ ਪਲੱਸ 2Cl ਨੈਗੇਟਿਵ। ਤਾਂ ਦੇਖੋ ਕਿੰਨੇ ਆਇਨ ਬਣ ਰਹੇ ਨੇ, ਟੋਟਲ 3। ਤਾਂ ਇਸਦੀ ਲਈ I ਵੈਲਿਊ ਕਿੰਨੀ ਹੋਏਗੀ ਤੁਹਾਡੀ 3 ਹੋਏਗੀ। ਤਾਂ ਇਸ ਤਰ੍ਹਾਂ ਕਰਕੇ ਤੁਸੀਂ ਆਪਣਾ want of factor ਨੂੰ ਕੈਲਕੂਲੇਟ ਕਰ ਸਕਦੇ ਹੋ। Question number 8080, which of the following liquid pair show a positive deviation from the Raoult's law। positive deviation ਦਾ ਮਤਲਬ ਕੀ ਹੈ ਤੁਹਾਡਾ, vapor pressure should increase। ਤਾਂ vapor pressure ਵਧਣ ਦਾ ਮਤਲਬ ਕੀ ਹੋਏਗਾ, boiling point should
डिक्रीज ਤਾਂ ਬੋਇਲਿੰਗ ਪੁਆਇੰਟ ਘਟ ਰਿਹਾ ਹੈ। ਬੋਇਲਿੰਗ ਪੁਆਇੰਟ ਘਟਣ ਦਾ ਮਤਲਬ ਕਿ ਜੋ ਤੁਹਾਡੀਆਂ ਫਾਈਨਲ ਇੰਟਰੈਕਸ਼ਨ ਨੇ ਸੋਲਿਊਟ ਤੇ ਸੋਲਵੈਂਟ ਦੀਆਂ ਉਹ ਘਟ ਗਈਆਂ। ਅਗਰ ਇੰਟਰੈਕਸ਼ਨ ਘਟਣਗੀਆਂ ਤਾਂ ਹੀ ਤੁਹਾਡਾ ਬੋਇਲਿੰਗ ਪੁਆਇੰਟ ਘਟੇਗਾ, ਵੇਪਰ ਪ੍ਰੈਸ਼ਰ ਵਧੇਗਾ ਐਂਡ that will show a positive deviation from the Rolle's law। ਹੁਣ ਦੇਖੋ ਇਹ ਕੇਸ ਕਦੋਂ ਹੁੰਦਾ ਹੈ, ਤਾਂ ਇਹ ਕੇਸ ਜਨਰਲੀ ਉਦੋਂ ਅਰਾਈਜ਼ ਹੁੰਦਾ ਹੈ ਜਦੋਂ ਆਪਾਂ ਇੱਕ ਨੋਨ ਪੋਲਰ ਮੋਲੀਕਿਊਲ ਨੂੰ ਜਾਂ ਨੋਨ ਪੋਲਰ ਸੋਲਵੈਂਟ ਨੂੰ ਪੋਲਰ ਸੋਲਵੈਂਟ ਦੇ ਵਿੱਚ ਐਡ ਕਰੀਏ, ਕਿਉਂਕਿ ਆਪਾਂ ਨੂੰ ਪਤਾ ਹੈ ਲਾਈਕ ਡਿਸੋਲਵਸ ਲਾਈਕ, ਹੈ ਨਾ। ਤਾਂ ਅਗਰ ਨੋਨ ਪੋਲਰ ਨੂੰ ਪੋਲਰ ਦੇ ਵਿੱਚ ਐਡ ਕਰੋਗੇ ਤਾਂ ਦੋਨੋਂ ਆਪਸ ਦੇ ਵਿੱਚ ਇੰਟਰੈਕਟ ਨਹੀਂ ਕਰ ਪਾਣਗੇ, ਤਾਂ ਇਹਨਾਂ ਦੀਆਂ ਇੰਟਰੈਕਸ਼ਨਸ ਘਟ ਜਾਣਗੀਆਂ, ਬੋਇਲਿੰਗ ਪੁਆਇੰਟ ਘਟ ਜਾਏਗਾ, ਵੇਪਰ ਪ੍ਰੈਸ਼ਰ ਵੱਧ ਜਾਏਗਾ ਤੇ ਥੋੜਾ ਮੋਲੀਕਿਊਲ ਕੀ ਸ਼ੋ ਕਰੇਗਾ, ਸੋਲੂਸ਼ਨ ਕੀ ਸ਼ੋ ਕਰੇਗਾ, ਪੋਜ਼ਿਟਿਵ ਡੈਵੀਏਸ਼ਨ। ਤਾਂ ਇੱਥੇ ਆਂਸਰ ਕੀ ਆਏਗਾ ਤੁਹਾਡਾ ਡੀ ਆਪਸ਼ਨ। बेंजीन थोड़ा की है नॉन पोलर है, मिथेनॉल इज योर पोलर वन। क्वेश्चन नंबर 81, the azeotropic mixture of water and HCl boils at 108.5 degrees Celsius। when this mixture is distilled it is possible to obtained। अच्छा ध्यान रखना, पहले तो एजियोट्रॉपिक मिक्सचर को हम क्या बोलते हैं, कांस्टेंट बॉइलिंग पॉइंट मिक्सचर। मतलब एक ऐसा मिक्सचर होता है जो आपके एक कांस्टेंट बॉइलिंग पॉइंट पे बॉईल करता है, ठीक है। इसमें क्या करते हैं, जब हम ये मिक्सचर प्रिपेयर होता है तो इसमें कोई भी चीज आप प्योर स्टेट में ऑब्टेन्ड नहीं कर सकते, बिकॉज HCl एंड वाटर एक ऐसा मिक्सचर बना लेते हैं कि दोनों सेम टेम्परेचर पे ही बॉईल होंगे। अगर वो सेम टेम्परेचर पे बॉईल होंगे तो वो कभी भी प्योर फॉर्म में आप एक्सट्रैक्ट नहीं कर सकते। तो इसका आंसर क्या आएगा आपका ए ऑप्शन। तो इनमें क्या होता है कि जो भी आप मिक्सचर लेते हो वाटर एंड जैसे HCl है, तो इनका जो कंपोजिशन है वो क्या हो जाएगा आपका कांस्टेंट हो जाता है। सो दे हैव अ कांस्टेंट कंपोजिशन। तो आंसर क्या आएगा यहाँ पे ए ऑप्शन। क्वेश्चन नंबर 82, द फेनोमेना ऑफ सुपर कंडक्टिविटी was first discovered by। तो इसका आंसर आएगा बी ऑप्शन, दैट इज कैमरलिन ओम्स। क्वेश्चन नंबर 83, नॉन स्टिक्योमेट्री डिफेक्ट अराइजेज ड्यू टू। तो देखो जो नॉन स्टिक्योमेट्री डिफेक्ट का मतलब जब आपके जो केटाइंस और अनाइन का जो नंबर है वो जो मिस होते हैं आपके स्ट्रक्चर में, आपके क्रिस्टल सिस्टम में, वो वैरी करते हैं। सो दैट इज बेसिकली फ्रॉम द प्रेजेंस ऑफ योर मेटल एक्सेस डिफेक्ट, दैट इज ड्यू टू द मेटल एक्सेस डिफेक्ट। दूसरे टाइप के जो आपके डिफेक्ट होते हैं वो आपके स्टिक्योमेट्रिक डिफेक्ट होते हैं, स्टिक्योमेट्रिक होते हैं, जिनमें आपके हम बेसिकली फ्रैंकल डिफेक्ट एंड आपका शॉर्टकी डिफेक्ट को स्टडी करते हैं। दे आर योर स्टिक्योमेट्रिक डिफेक्ट। और जो आपके नॉन स्टिक्योमेट्रिक होते हैं उनमें हम मेटल एक्सेस डिफेक्ट पढ़ते हैं, जिनकी वजह जहां पे हम मेटल कैटाइनिक एक्सेस और एनाइनिक डेफिशिएंट स्पीसीज के बारे में हम डिस्कस करते हैं। क्वेश्चन नंबर 84, व्हेन अमोनिया रिएक्ट्स विद योर BF3 इट फॉर्म्स। देखो अमोनिया में क्या है, आपके लोन पेयर प्रेजेंट है और जो आपका BF3 है दैट हैज एन एम्प्टी p ऑर्बिटल। तो अमोनिया क्या करता है, अपने जो इलेक्ट्रॉन जो अपने लोन पेयर हैं वो BF3 के एम्प्टी p ऑर्बिटल में क्या करता है, ट्रांसफर करता है टू फॉर्म अ डक्ट। तो इसको इसका आंसर क्या आएगा आपका सी ऑप्शन। तो इसी वजह से हम अमोनिया को लुईस बेस भी बोल देते हैं और आपके BF3 को आपका लुईस एसिड बोल देते हैं, बिकॉज इट हैज टेंडेंसी टू गेन द इलेक्ट्रॉन। Question number 85. In the sodium chloride structure, the sodium ion is at the center of। तो देखो आपको ये पता होना चाहिए कि जो आपका NaCl का स्ट्रक्चर है वहां पे Na पॉजिटिव कहाँ पे प्रेजेंट होते हैं और Cl नेगेटिव कहाँ पे होते हैं। तो जो Cl नेगेटिव है वो आपका FCC फेस सेंटर्ड क्यूबिक क्रिस्टल को कॉन्स्टिट्यूट करता है और जो आपका सोडियम आयन है वो आपके ऑक्टाहेड्रल वॉइड्स में प्रेजेंट होते हैं और दोनों का कोऑर्डिनेशन नंबर कितना होता है आपका 6 होता है। तो इसका आंसर क्या आएगा आपका 85 का यहाँ पे आपका ए ऑप्शन, दैट इज ऑक्टाहेड्रॉन फॉर्म्ड बाय योर 6 क्लोराइड आयंस। दैट मींस एक सोडियम जो आयन होता है वो आपके 6 क्लोराइड आयन के साथ सराउंड होता है, जिसको हम बोलते हैं आपका कोऑर्डिनेशन नंबर।
क्वेश्चन नंबर 86 ऑलरेडी डिस्कस किया हुआ है प्रीवियस पेपर में हमने, मेरिटोरियस का। हाईएस्ट इलेक्ट्रॉन अफिनिटी किसकी होती है? सबसे ज्यादा क्लोरीन की, देन आपकी आती है फ्लोरीन की, देन ब्रोमीन, देन आयोडीन। सो दिस इज द ऑर्डर ऑफ इलेक्ट्रॉन अफिनिटी। फ्लोरीन हैज द लीस्ट इलेक्ट्रॉन अफिनिटी एज कंपेयर टू द क्लोरीन ड्यू टू इट्स स्मॉल साइज। इसका साइज छोटा होने के कारण जब एक एक्स्ट्रा इलेक्ट्रॉन इसमें ऐड होता है, दैट विल कोज इलेक्ट्रॉन इलेक्ट्रॉन रिपल्शन। इसी वजह से आपके जो फ्लोरीन है उसकी इलेक्ट्रॉन अफिनिटी क्लोरीन के कंपैरिजन में क्या हो जाती है? आपके कम हो जाती है। क्वेश्चन नंबर 87, तो इसका आंसर आएगा आपका सी ऑप्शन। क्वेश्चन नंबर 87, आयरन इज एक्सट्रैक्टेड फ्रॉम इट्स ऑक्साइड इन अ ब्लास्ट फर्नेस, द रिड्यूसिंग एजेंट यूज्ड इन द फर्नेस इज। तो जनरली आयरन की एक्सट्रैक्शन के लिए हम वहां पे कौन सा रिड्यूसिंग एजेंट यूज करते हैं? आपका कॉक यूज करते हैं। दैट इज एन क्वेश्चन ऑफ मेटलर्जी। तो ये आपको दिमाग में रखने होते हैं कि कौन सा आपका ऑक्सीडाइजिंग एजेंट या कौन सा रिड्यूसिंग एजेंट किसकी एक्सट्रैक्शन के लिए बेस्ट है। तो 87 का आंसर आएगा आपका सी ऑप्शन।